ਦੋਸਤੋ ਸਵਾਗਤ ਹੈ ਤੁਹਾਡੇ ਲਈ ਅੱਜ ਫੇਰ ਇੱਕ ਹੋਰ ਕਹਾਣੀ ਲੈ ਕੇ। ਮੇਰਾ ਨਾਂ ਆਰਤੀ ਹੈ। ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ। ਮੇਰੇ ਘਰ 'ਚ ਮੇਰੇ ਤੋਂ ਇਲਾਵਾ ਮੇਰੇ ਮਾਤਾ ਪਿਤਾ ਤੇ ਮੇਰੇ ਦੋ ਭਰਾ ਭੈਣ ਸਨ। ਮੈਂ ਘਰ ਦੀ ਸਭ ਤੋਂ ਵੱਡੀ ਬੇਟੀ ਹਾਂ। ਮੇਰੇ ਦੋਵੇਂ ਭਰਾਵਾਂ ਤੇ ਭੈਣ ਮੇਥੋਂ ਛੋਟੇ ਹਨ। ਪਿਤਾ ਜੀ ਇੰਨਾ ਕਮਾ ਲੈਂਦੇ ਸਨ ਕਿ ਸਾਡੇ ਘਰ ਦਾ ਗੁਜ਼ਾਰਾ ਹੋ ਜਾਂਦਾ ਸੀ। ਅਸੀਂ ਤਿੰਨੇ ਭੈਣ ਭਰਾ ਪੜ੍ਹ ਰਹੇ ਸੀ, ਪਰ ਸਾਡੀ ਉਮਰ ਵਧਣ ਦੇ ਨਾਲ ਨਾਲ ਸਾਡੇ ਖਰਚ ਵੀ ਵੱਧਦੇ ਜਾ ਰਹੇ ਸਨ। ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਸੀ, ਮਹਿੰਗਾਈ ਵੀ ਵੱਧਦੀ ਜਾ ਰਹੀ ਸੀ, ਜਿਸ ਕਰਕੇ ਅੱਜ ਪਿਤਾ ਜੀ ਦੀ ਕਮਾਈ ਦੇ ਪੈਸੇ ਖਰਚ ਦੇ ਹਿਸਾਬ ਨਾਲ ਘੱਟ ਪੈਣ ਲੱਗੇ ਸਨ, ਜਿਸ ਕਰਕੇ ਸਾਡੇ ਘਰ 'ਚ ਪਰੇਸ਼ਾਨੀਆਂ ਆਉਂਦੀਆਂ ਜਾ ਰਹੀਆਂ ਸਨ। ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ, ਪਰ ਘਰ 'ਚ ਜਦੋਂ ਤੋਂ ਪੈਸਿਆਂ ਦੀ ਤੰਗੀ ਹੋਣ ਲੱਗੀ ਸੀ, ਮੇਰੇ ਪਿਤਾ ਜੀ ਦਾ ਕਹਿਣਾ ਸੀ ਕਿ ਅਸੀਂ ਪੜ੍ਹਾਈ ਛੱਡ ਦਈਏ ਤੇ ਘਰ ਬੈਠੀਏ। ਪਰ ਮੈਂ ਉਹਨਾਂ ਦੀ ਗੱਲ ਮੰਨਣ ਨੂੰ ਕਦੇ ਤਿਆਰ ਹੀ ਨਹੀਂ ਹੁੰਦੀ ਸੀ। ਜਦੋਂ ਕਿ ਮੇਰੀ ਛੋਟੀ ਭੈਣ ਸੀਮਾ ਇੰਨੀ ਹੁਸ਼ਿਆਰ ਨਹੀਂ ਸੀ, ਪਰ ਫਿਰ ਵੀ ਉਸਦੇ ਚੰਗੇ ਨੰਬਰ ਆ ਜਾਂਦੇ ਸਨ। ਉਹ ਤਾਂ ਆਪਣੀ ਪੜ੍ਹਾਈ ਇਸ ਲਈ ਕਰ ਰਹੀ ਸੀ ਕਿਉਂਕਿ ਉਸਨੂੰ ਲੱਗਦਾ ਸੀ ਕਿ ਉਸਦੀ ਅਜੇ ਪੜ੍ਹਾਈ ਦੀ ਉਮਰ ਹੈ ਤੇ ਅਜੇ ਉਸਨੂੰ ਕੋਈ ਹੋਰ ਕੰਮ ਨਹੀਂ ਹੈ। ਪਰ ਘਰ 'ਚ ਪਰੇਸ਼ਾਨੀ ਦੇਖਦੇ ਹੋਏ ਉਸਨੇ ਸਭ ਤੋਂ ਪਹਿਲਾਂ ਆਪਣਾ ਕਾਲਜ ਜਾਣਾ ਬੰਦ ਕਰ ਦਿੱਤਾ ਸੀ, ਜਿਸ ਕਰਕੇ ਮੇਰੇ ਮਾਤਾ ਪਿਤਾ ਨੇ ਉਸ ਦੀ ਬਹੁਤ ਸੁਲਾਹਤਾ ਕੀਤੀ ਸੀ ਕਿ ਉਹਨਾਂ ਦੀ ਧੀ ਨੂੰ ਉਹਨਾਂ ਦੇ ਹਾਲਾਤਾਂ ਦਾ ਚੰਗੀ ਤਰ੍ਹਾਂ ਪਤਾ ਹੈ, ਜਿਸ ਕਰਕੇ ਉਸਨੇ ਬਿਨਾਂ ਜਿੱਦ ਕੀਤੇ ਆਪਣੀ ਪੜ੍ਹਾਈ ਛੱਡ ਦਿੱਤੀ। ਮੈਨੂੰ ਪਤਾ ਸੀ ਕਿ ਮੇਰੇ ਮਾਤਾ ਪਿਤਾ ਇਹ ਗੱਲ ਸਿਰਫ ਮੈਨੂੰ ਸੁਣਾਉਣ ਲਈ ਕਰ ਰਹੇ ਹਨ, ਪਰ ਮੈਂ ਅਜਿਹੀਆਂ ਗੱਲਾਂ ਇੱਕ ਕੰਨ 'ਚੋਂ ਸੁਣ ਕੇ ਦੂਜੇ ਕੰਨ 'ਚੋਂ ਕੱਢ ਦਿੰਦੀ ਸੀ। ਮੇਰੀ ਛੋਟੀ ਭੈਣ ਸੀਮਾ ਆਪਣੀ ਤਾਰੀਫ ਤੇ ਬਹੁਤ ਖੁਸ਼ ਹੁੰਦੀ ਸੀ। ਮੇਰੀ ਭੈਣ ਪੜ੍ਹਾਈ ਛੱਡਣ ਤੋਂ ਬਾਅਦ ਕੁਝ ਦਿਨਾਂ 'ਚ ਹੀ ਬੋਰ ਹੋ ਗਈ ਕਿਉਂਕਿ ਉਹ ਸੋਚਦੀ ਸੀ ਕਿ ਉਹ ਘਰੇ ਮਜ਼ੇ ਕਰੇਗੀ, ਪਰ ਮਾਂ ਨੇ ਉਸਨੂੰ ਘਰ ਦੇ ਕੰਮਾਂ 'ਚ ਲਗਾਈ ਰੱਖਿਆ, ਜਿਸ ਤੋਂ ਉਹ ਬਹੁਤ ਚੱਲਦੀ ਸੀ। ਹੁਣ ਉਹ ਮੈਨੂੰ ਕਹਿੰਦੀ ਸੀ ਕਿ ਉਹ ਤਾਂ ਘਰੇ ਕੰਮ ਵਾਲੀ ਬਣ ਕੇ ਰਹਿ ਗਈ ਹੈ, ਜਿਸ ਤੇ ਹੁਣ ਮੈਂ ਉਸਨੂੰ ਚਿੜਾਉਂਦੀ ਸੀ। ਮੇਰੀ ਭੈਣ ਦਿਲ ਦੀ ਬਹੁਤ ਚੰਗੀ ਸੀ। ਉਸਨੇ ਦੇਖਿਆ ਕਿ ਉਸਦੇ ਪੜ੍ਹਾਈ ਛੱਡਣ ਤੇ ਵੀ ਪਾਪਾ ਦੀ ਪਰੇਸ਼ਾਨੀ ਦਾ ਹੱਲ ਨਹੀਂ ਹੋਇਆ, ਤਾਂ ਉਹ ਉਸ ਦਾ ਹੱਲ ਲੱਭਣ ਲੱਗੀ। ਉਸਨੂੰ ਕੋਈ ਹੋਰ ਕੰਮ ਤਾਂ ਨਹੀਂ ਆਉਂਦਾ ਸੀ, ਇਸ ਲਈ ਉਸਨੇ ਸਕੂਲ 'ਚ ਟੀਚਰ ਦੀ ਨੌਕਰੀ ਭਾਲਣੀ ਸ਼ੁਰੂ ਕਰ ਦਿੱਤੀ, ਜਿਸ ਤੇ ਮੈਂ ਉਸਨੂੰ ਕਿਹਾ ਕਿ ਤੇਰੇ ਪੜ੍ਹਾਈ ਛੱਡਣ ਦਾ ਕੀ ਫਾਇਦਾ, ਤੂੰ ਦੁਬਾਰਾ ਫਿਰ ਉਸੇ ਹੀ ਰੂਟ ਤੇ ਆ ਜਾਵੇਂਗੀ। ਸਵੇਰੇ ਜਲਦੀ ਉੱਠਣਾ, ਸਕੂਲ ਜਾਣਾ, ਦੁਪਹਿਰ ਨੂੰ ਥੱਕ ਹਾਰ ਕੇ ਵਾਪਸ ਆਉਣਾ। ਮੇਰੀ ਗੱਲ ਤੇ ਉਸਨੇ ਡੂੰਘਾ ਸਾਹ ਲੈਂਦੇ ਕਿਹਾ ਕਿ ਦੀਦੀ, ਤੁਸੀਂ ਕਹਿ ਤਾਂ ਸਹੀ ਰਹੇ ਹੋ, ਮੈਨੂੰ ਪੜ੍ਹਨ ਲਈ ਜਾਣਾ ਵੀ ਇਹਨਾਂ ਕੰਮਾਂ ਕਰਕੇ ਹੀ ਮੁਸ਼ਕਲ ਲੱਗਦਾ ਸੀ, ਪਰ ਇੱਕ ਤਾਂ ਮੈਂ ਘਰੇ ਖਾਲੀ ਰਹਿ ਕੇ ਬੋਰ ਹੋ ਗਈ ਹਾਂ ਤੇ ਉੱਪਰੋਂ ਘਰ ਦੇ ਕੰਮ ਮੇਰਾ ਪਿੱਛਾ ਨਹੀਂ ਛੱਡਦੇ। ਪਰ ਮੈਂ ਪਾਪਾ ਲਈ ਉਹਨਾਂ ਦੇ ਘਰ ਦੀ ਕਮਾਈ 'ਚ ਹੱਥ ਵਟਾਉਣਾ ਚਾਹੁੰਦੀ ਹਾਂ, ਤਾਂ ਕਿ ਮੇਰੇ ਕੁਝ ਕਮਾਉਣ ਨਾਲ ਉਹਨਾਂ ਦਾ ਫਾਇਦਾ ਹੋਵੇ। ਜਿਸ ਥਾਂ ਸਾਡਾ ਘਰ ਸੀ, ਉਸ ਜਗ੍ਹਾ ਮੁਹੱਲੇ ਦੇ ਨਾਲ ਇੱਕ ਨਵੀਂ ਕਲੋਨੀ ਬਣ ਰਹੀ ਸੀ, ਤੇ ਜੋ ਨਵੇਂ-ਨਵੇਂ ਘਰ ਬਣ ਰਹੇ ਸਨ ਉਹ ਬਹੁਤ ਵੱਡੇ ਤੇ ਸੋਹਣੇ ਸਨ, ਜਿਨ੍ਹਾਂ ਨੂੰ ਦੇਖਦੇ ਹੀ ਅੱਖਾਂ 'ਚ ਖੁਦ ਬਖੁਦ ਉਹਨਾਂ ਨੂੰ ਪਾਉਣ ਦੀ ਇੱਛਾ ਜਾਗ ਜਾਂਦੀ ਸੀ। ਕੁਝ ਹੀ ਦਿਨਾਂ 'ਚ ਨਵੇਂ ਘਰਾਂ ਦੀ ਗਿਣਤੀ ਵਧਣ ਲੱਗੀ। ਉਸ ਕਲੋਨੀ 'ਚ ਬਹੁਤ ਵਧੀਆ ਕੁਆਲਿਟੀ ਦਾ ਕੰਮ ਹੋ ਰਿਹਾ ਸੀ। ਇੱਥੇ ਇੱਕ ਹਸਪਤਾਲ ਤੇ ਇੱਕ ਪ੍ਰਾਈਵੇਟ ਸਕੂਲ ਵੀ ਬਣ ਰਿਹਾ ਸੀ। ਮੇਰੀ ਭੈਣ ਇਹ ਕੰਮ ਕਰਨ ਦਾ ਸੋਚ ਰਹੀ ਸੀ। ਉਹ ਇੰਟਰਵਿਊ ਦੇ ਕੇ ਆ ਗਈ ਸੀ। ਹੁਣ ਬਸ ਉਸਨੂੰ ਆਪਣੇ ਬੁਲਾਵੇ ਦੀ ਉਡੀਕ ਸੀ। ਉਸਦੀ ਪੜ੍ਹਾਈ ਨੂੰ ਦੇਖਣ ਦੇ ਬਾਵਜੂਦ ਸਕੂਲ ਵਾਲਿਆਂ ਨੇ ਉਸਨੂੰ ਕਾਫੀ ਚੰਗੀ ਤਨਖਾਹ ਦੇਣ ਦੀ ਆਫਰ ਦਿੱਤੀ ਸੀ, ਜਿਸ ਤੇ ਮੇਰੀ ਭੈਣ ਬਹੁਤ ਖੁਸ਼ ਹੋਈ ਸੀ। ਉਸਦੇ ਖੁਸ਼ ਹੋਣ ਤੇ ਪਹਿਲਾਂ ਤਾਂ ਮੈਂ ਉਸਨੂੰ ਚਿੜਾਉਣ ਲੱਗੀ ਕਿ ਸਕੂਲ ਵਾਲੇ ਪਾਗਲ ਹੋ ਗਏ ਹਨ, ਜੋ ਕਾਬਲੀਅਤ ਦੇਖੇ ਬਿਨਾਂ ਹੀ ਇੰਨੀ ਚੰਗੀ ਤਨਖਾਹ ਆਫਰ ਕਰ ਰਹੇ ਹਨ। ਪਰ ਫਿਰ ਮੈਂ ਉਸਦੇ ਚਮਕਦੇ ਚਿਹਰੇ ਨੂੰ ਦੇਖ ਕੇ ਚੁੱਪ ਕਰ ਗਈ ਤੇ ਉਸਨੂੰ ਵਧਾਈਆਂ ਦਿੱਤੀਆਂ। ਮੰਮੀ ਪਾਪਾ ਇੱਕ ਵਾਰ ਫਿਰ ਮੇਰੀ ਛੋਟੀ ਭੈਣ ਤੋਂ ਜ਼ਿਆਦਾ ਖੁਸ਼ ਹੋ ਗਏ ਸਨ ਤੇ ਉਸ ਦੀ ਸਲਾਹਤਾ ਕਰ ਰਹੇ ਸਨ, ਤੇ ਮੇਰੀ ਭੈਣ ਮੈਨੂੰ ਮੂੰਹ ਬਣਾ ਕੇ ਚਿੜਾ ਰਹੀ ਸੀ। ਇਸ ਤਰ੍ਹਾਂ ਲੜਦੇ ਝਗੜਦੇ ਮੇਰੀ ਭੈਣ, ਜੋ ਸਾਨੂੰ ਕੁਝ ਗੈਰ ਜ਼ਿੰਮੇਵਾਰ ਜਿਹੀ ਲੱਗਦੀ ਸੀ, ਅੱਜ ਆਪਣੀ ਟੀਚਰ ਦੀ ਸੀਟ ਬਹੁਤ ਚੰਗੇ ਤਰੀਕੇ ਨਾਲ ਸੰਭਾਲ ਰਹੀ ਸੀ। ਉਸਨੂੰ ਮਿਲਣ ਵਾਲੀ ਹਰ ਮਹੀਨੇ ਦੀ ਤਨਖਾਹ ਨਾਲ ਘਰ ਦੇ ਹਾਲਾਤ ਕਾਫੀ ਚੰਗੇ ਹੋ ਗਏ ਸਨ। ਉਹ ਆਪਣੀ ਸਾਰੀ ਤਨਖਾਹ ਪਾਪਾ ਦੇ ਹੱਥ ਤੇ ਲਿਆ ਕੇ ਰੱਖ ਦਿੰਦੀ ਸੀ, ਤਾਂ ਪਾਪਾ ਦਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਸੀ। ਸਾਰੇ ਆਪਣੀ ਜ਼ਿੰਦਗੀ 'ਚ ਮਸਤ ਸਨ। ਉਹੀ ਦਿਨੀ ਮੈਨੂੰ ਆਪਣੀ ਛੋਟੀ ਭੈਣ ਕੁਝ ਪਰੇਸ਼ਾਨ ਜਿਹੀ ਲੱਗਣ ਲੱਗੀ। ਪਹਿਲਾਂ ਤਾਂ ਮੈਂ ਇਸ ਨੂੰ ਆਪਣਾ ਵਹਿਮ ਸਮਝਿਆ ਕਿ ਸ਼ਾਇਦ ਥੱਕ ਜਾਂਦੀ ਹੋਵੇਗੀ, ਇਸ ਲਈ ਥੋੜੀ ਪਰੇਸ਼ਾਨ ਰਹਿੰਦੀ ਹੈ।
ਜਦੋਂ ਕੁਝ ਦਿਨ ਮੈਂ ਉਸਦੇ ਚਿਹਰੇ ਤੇ ਪਰੇਸ਼ਾਨੀ ਦੇਖੀ ਤਾਂ ਮੈਂ ਉਸ ਤੋਂ ਇਸ ਦਾ ਕਾਰਨ ਪੁੱਛ ਹੀ ਲਿਆ, ਜਿਸ ਤੇ ਪਹਿਲਾਂ ਤਾਂ ਉਹ ਮੈਨੂੰ ਕੁਝ ਵੀ ਦੱਸਣ ਤੋਂ ਝਿਜਕਦੀ ਰਹੀ, ਪਰ ਫਿਰ ਮੇਰੇ ਜ਼ਿਆਦਾ ਜ਼ਬਰਦਸਤੀ ਕਰਨ ਤੇ ਉਸਨੇ ਮੈਨੂੰ ਦੱਸ ਹੀ ਦਿੱਤਾ। ਉਸਨੇ ਦੱਸਿਆ ਕਿ ਉਸ ਨਾਲ ਜੋ ਲੜਕੇ ਕੰਮ ਕਰਦੇ ਹਨ ਉਹ ਉਹਨਾਂ ਤੋਂ ਪਰੇਸ਼ਾਨ ਹੈ। ਉਹ ਉਸਨੂੰ ਕੁਝ ਚੰਗੀਆਂ ਆਦਤਾਂ ਦੇ ਨਹੀਂ ਲੱਗਦੇ ਸਨ। ਉਹ ਉਹਨਾਂ ਦੀ ਮੌਜੂਦਗੀ 'ਚ ਖੁਦ ਨੂੰ ਬਹੁਤ ਬੇਚੈਨ ਮਹਿਸੂਸ ਕਰਦੀ ਹੈ। ਇਹ ਸਭ ਕਹਿਣ ਦੇ ਨਾਲ ਹੀ ਉਹ ਇਹ ਵੀ ਕਹਿਣ ਲੱਗੀ ਕਿ ਪਤਾ ਨਹੀਂ ਅਜਿਹਾ ਕੁਝ ਹੈ ਵੀ ਜਾਂ ਨਹੀਂ, ਜਾਂ ਫਿਰ ਉਹ ਇਹ ਸਭ ਕੁਝ ਜ਼ਿਆਦਾ ਹੀ ਸੋਚ ਰਹੀ ਹੈ। ਮੈਂ ਉਸਨੂੰ ਕਿਹਾ ਕਿ ਉਹ ਜ਼ਿਆਦਾ ਪਰੇਸ਼ਾਨ ਨਾ ਹੋਵੇ। ਜੇਕਰ ਉਸਨੂੰ ਉਹਨਾਂ ਸਾਰਿਆਂ ਤੋਂ ਜ਼ਿਆਦਾ ਹੀ ਪਰੇਸ਼ਾਨੀ ਹੋ ਰਹੀ ਹੈ ਤਾਂ ਉਹ ਇਹ ਨੌਕਰੀ ਛੱਡ ਸਕਦੀ ਹੈ ਤੇ ਕਿਸੇ ਹੋਰ ਸਕੂਲ 'ਚ ਨੌਕਰੀ ਲੱਭ ਲਵੇ। ਇਸ ਤਰ੍ਹਾਂ ਆਪਣੇ ਦਿਮਾਗ ਤੇ ਜ਼ਿਆਦਾ ਜ਼ੋਰ ਨਾ ਪਾਵੇ ਤੇ ਇਸ ਗੱਲ ਨੂੰ ਆਪਣੇ ਦਿਲ ਤੇ ਨਾ ਲਗਾਵੇ। ਮੈਂ ਹਰ ਤਰੀਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਤਸੱਲੀ ਦਿੱਤੀ, ਜਿਸ ਤੇ ਉਸਨੇ ਡੂੰਘਾ ਸਾਹ ਲਿਆ ਤੇ ਸਿਰ ਹਿਲਾ ਦਿੱਤਾ ਕਿ ਉਹ ਅਜਿਹਾ ਹੀ ਕਰੇਗੀ। ਪਰ ਉਸਦੇ ਕੁਝ ਕਰਨ ਤੋਂ ਪਹਿਲਾਂ ਹੀ ਜੋ ਕੁਝ ਹੋਇਆ ਉਹ ਸਾਨੂੰ ਬੇਮੌਤ ਹੀ ਮਾਰ ਗਿਆ। ਉਹ ਹਾਦਸੇ ਨੇ ਜਿਵੇਂ ਸਾਨੂੰ ਪਛਤਾਵੇ ਦੀ ਦਲਦਲ 'ਚ ਹੀ ਧੱਕਾ ਦੇ ਦਿੱਤਾ ਸੀ। ਮੇਰੀ ਭੈਣ ਨੇ ਨੌਕਰੀ ਛੱਡਣ ਤੋਂ ਪਹਿਲਾਂ ਘਰ 'ਚ ਮਾਤਾ ਪਿਤਾ ਨਾਲ ਗੱਲ ਕੀਤੀ ਸੀ, ਜਿਸ ਤੇ ਉਹ ਬਹੁਤ ਪਰੇਸ਼ਾਨ ਹੋ ਗਏ ਤੇ ਉਸ ਤੋਂ ਨੌਕਰੀ ਛੱਡਣ ਦਾ ਕਾਰਨ ਪੁੱਛਣ ਲੱਗੇ। ਪਰ ਉਹਨਾਂ ਨੂੰ ਉਹ ਕੁਝ ਨਾ ਦੱਸ ਸਕੀ ਜੋ ਉਸਨੇ ਮੈਨੂੰ ਦੱਸਿਆ ਸੀ। ਉਸ ਦੀ ਗੱਲ ਤੇ ਉਹਨਾਂ ਕਿਹਾ ਕਿ ਜਿਵੇਂ ਤੇਰੀ ਮਰਜ਼ੀ, ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ, ਜਿਸ ਨਾਲ ਮੇਰੀ ਭੈਣ ਖੁਸ਼ ਹੋ ਗਈ। ਉਸਨੇ ਸੋਚਿਆ ਕਿ ਉਹ ਜਲਦ ਹੀ ਉਸ ਸਕੂਲ ਨੂੰ ਛੱਡ ਕੇ ਦੂਜੇ ਸਕੂਲ 'ਚ ਨੌਕਰੀ ਭਾਲ ਲਵੇਗੀ, ਚਾਹੇ ਤਨਖਾਹ ਕੁਝ ਘੱਟ ਹੀ ਕਿਉਂ ਨਾ ਹੋਵੇ। ਘੱਟੋ ਘੱਟ ਉਹ ਉੱਥੇ ਸੁਰੱਖਿਅਤ ਤਾਂ ਹੋਵੇਗੀ। ਅਜੇ ਮੇਰੀ ਭੈਣ ਨੇ ਨੌਕਰੀ ਛੱਡੀ ਨਹੀਂ ਸੀ ਕਿ ਪਾਪਾ ਦੀ ਤਬੀਅਤ ਖਰਾਬ ਹੋ ਗਈ ਤੇ ਉਹ ਕੰਮ ਛੱਡ ਕੇ ਘਰ ਰਹਿਣ ਲੱਗੇ। ਹੁਣ ਘਰ ਦਾ ਸਹਾਰਾ ਸਿਰਫ ਮੇਰੀ ਭੈਣ ਹੀ ਸੀ, ਜਿਸ ਕਰਕੇ ਉਸਨੇ ਸਕੂਲ ਛੱਡਣ ਤੋਂ ਪਹਿਲਾਂ ਤਸੱਲੀ ਤੋਂ ਕੰਮ ਲਿਆ ਤੇ ਇਹ ਉਸਦੀ ਸਭ ਤੋਂ ਵੱਡੀ ਗਲਤੀ ਸੀ ਕਿ ਉਹ ਜਿਹੜੇ ਹਾਦਸਿਆਂ ਦਾ ਸ਼ਿਕਾਰ ਸੀ, ਉਸ ਦਾ ਦਿਲ ਜਿਸ ਕਰਕੇ ਡਰਿਆ ਹੋਇਆ ਰਹਿੰਦਾ ਸੀ, ਉਹ ਸਭ ਕੁਝ ਸੱਚ ਸਾਬਤ ਹੋਇਆ। ਉਹ ਆਪਣੀ ਇੱਜ਼ਤ ਗਵਾ ਬੈਠੀ। ਉਸ ਨਾਲ ਸਕੂਲ 'ਚ ਹੀ ਕਿਸੇ ਨੇ ਰੇਪ ਕੀਤਾ, ਜਿਸ ਕਰਕੇ ਉਹ ਲਗਭਗ ਪਾਗਲ ਹੀ ਹੋ ਗਈ ਸੀ। ਜਿਸ ਦਿਨ ਉਸ ਨਾਲ ਇਹ ਸਭ ਕੁਝ ਹੋਇਆ, ਉਸ ਦਿਨ ਉਹ ਘਰ ਵਾਪਸ ਨਹੀਂ ਆਈ ਤੇ ਮੇਰੇ ਦਿਲ ਨੂੰ ਇੱਕ ਅਜੀਬ ਜਿਹਾ ਧੱਕਾ ਲੱਗਿਆ। ਮੈਂ ਪਾਪਾ ਨੂੰ ਕਿਹਾ ਤਾਂ ਉਹਨਾਂ ਕਿਹਾ ਕਿ ਆ ਜਾਵੇਗੀ ਹੁਣੇ, ਥੋੜੀ ਬਹੁਤ ਦੇਰ ਤਾਂ ਹੋ ਜਾਂਦੀ ਹੈ, ਕਿਸੇ ਕੰਮ 'ਚ ਲੱਗ ਗਈ ਹੋਵੇਗੀ। ਪਰ ਮੈਨੂੰ ਲੱਗਿਆ ਕਿ ਹੁਣ ਜ਼ਿਆਦਾ ਹੀ ਦੇਰ ਹੋ ਚੁੱਕੀ ਹੈ, ਤਾਂ ਮੈਂ ਆਪਣੇ ਛੋਟੇ ਭਰਾ ਨੂੰ ਨਾਲ ਲਿਆ ਤੇ ਉਸ ਨਾਲ ਸਕੂਲ ਵੱਲ ਚਲੀ ਗਈ। ਮੈਨੂੰ ਮੰਮੀ ਪਾਪਾ ਤੇ ਹੈਰਾਨਗੀ ਵੀ ਹੋਈ ਕਿ ਉਹ ਦੋਵੇਂ ਜ਼ਿਆਦਾ ਹੀ ਲਾਪਰਵਾਹੀ ਤੋਂ ਕੰਮ ਲੈ ਰਹੇ ਹਨ। ਸਕੂਲ ਪਹੁੰਚੇ ਤਾਂ ਉੱਥੇ ਸਿਰਫ ਗੇਟ ਤੇ ਗਾਰਡ ਹੀ ਬੈਠਾ ਸੀ, ਬਾਕੀ ਪੂਰਾ ਸਕੂਲ ਖਾਲੀ ਹੋ ਚੁੱਕਾ ਸੀ। ਉਸ ਨੂੰ ਮੇਰੀ ਭੈਣ ਬਾਰੇ ਕੁਝ ਪਤਾ ਨਹੀਂ ਸੀ। ਮੈਂ ਗਾਰਡ ਤੋਂ ਸਕੂਲ ਦੇ ਅੰਦਰ ਜਾਣ ਦੀ ਇਜਾਜ਼ਤ ਲੈ ਲਈ ਤੇ ਅੰਦਰ ਜਾ ਕੇ ਸਾਰਾ ਸਕੂਲ ਛਾਣ ਮਾਰਿਆ, ਪਰ ਇੱਕ ਜਗ੍ਹਾ ਉਹ ਮੈਨੂੰ ਸਿਸਕਦੀ ਹੋਈ ਮਿਲ ਹੀ ਗਈ। ਉਸ ਦੀ ਹਾਲਤ ਦਿਖਦੇ ਹੀ ਮੇਰੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਮੈਂ ਜਲਦੀ ਨਾਲ ਉਸ ਨੂੰ ਉਸ ਕੋਲ ਪਈ ਇੱਕ ਚਾਦਰ ਨਾਲ ਢੱਕ ਦਿੱਤਾ। ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਰਹੀ ਸੀ। ਮੇਰੇ ਹੋਸ਼ ਹਵਾਸ ਉੱਡ ਚੁੱਕੇ ਸਨ। ਮੈਂ ਪਾਪਾ ਨੂੰ ਫੋਨ ਕਰਕੇ ਉਹਨਾਂ ਨੂੰ ਸਕੂਲ ਆਉਣ ਨੂੰ ਕਿਹਾ। ਉਹ ਵੀ ਘਬਰਾ ਕੇ ਜਲਦੀ ਨਾਲ ਸਕੂਲ ਆ ਗਏ। ਅਸੀਂ ਜਿਵੇਂ ਤਿਵੇਂ ਕਰਕੇ ਉਸ ਨੂੰ ਹਸਪਤਾਲ ਲੈ ਗਏ। ਹਸਪਤਾਲ ਆ ਕੇ ਸਾਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮੇਰੀ ਭੈਣ ਆਪਣੇ ਨਾਲ ਹੋਏ ਇਸ ਹਾਦਸੇ ਨੂੰ ਕਬੂਲ ਨਹੀਂ ਕਰ ਪਾ ਰਹੀ ਸੀ। ਉਹ ਤਾਂ ਇੱਕ ਜ਼ਿੰਦਾ ਲਾਸ਼ ਵਾਂਗ ਹੋ ਗਈ ਸੀ ਤੇ ਸਾਰੇ ਘਰ ਵਾਲਿਆਂ ਦਾ ਵੀ ਬੁਰਾ ਹਾਲ ਸੀ। ਅਸੀਂ ਇਸ ਗੱਲ ਦੀ ਖਬਰ ਕਿਸੇ ਨੂੰ ਵੀ ਹੋਣ ਨਹੀਂ ਦਿੱਤੀ ਸੀ, ਪਰ ਅਜਿਹੀਆਂ ਖਬਰਾਂ ਤਾਂ ਲੁਕੀਆਂ ਨਹੀਂ ਰਹਿੰਦੀਆਂ ਤੇ ਸਾਡੇ ਨਾ ਚਾਹੁਣ ਤੇ ਵੀ ਲੋਕਾਂ ਨੂੰ ਹੌਲੀ-ਹੌਲੀ ਸਭ ਕੁਝ ਪਤਾ ਲੱਗਦਾ ਗਿਆ। ਅਸੀਂ ਸੀਮਾ ਨੂੰ ਹਸਪਤਾਲ ਤੋਂ ਘਰ ਤਾਂ ਲੈ ਆਏ ਸੀ, ਪਰ ਉਸ ਦੀ ਹਾਲਤ ਬਹੁਤ ਖਰਾਬ ਸੀ। ਉਹ ਤਾਂ ਜਿਵੇਂ ਪਾਗਲ ਹੀ ਹੋ ਗਈ ਸੀ, ਕਿਸੇ ਨੂੰ ਵੀ ਆਪਣੇ ਕੋਲ ਨਹੀਂ ਆਉਣ ਦਿੰਦੀ ਸੀ। ਕੋਈ ਉਸ ਦੇ ਕਮਰੇ 'ਚ ਵੀ ਜਾਂਦਾ ਸੀ ਤਾਂ ਉਹ ਚੀਖਣ ਲੱਗਦੀ ਸੀ। ਮੈਂ ਉਸ ਦੀ ਇਸ ਹਾਲਤ ਦੀ ਜ਼ਿੰਮੇਵਾਰ ਮੰਮੀ ਪਾਪਾ ਨੂੰ ਸਮਝਦੀ ਸੀ। ਮੈਨੂੰ ਆਪਣੇ ਮਾਤਾ ਪਿਤਾ ਬਹੁਤ ਮਤਲਬੀ ਤੇ ਲਾਲਚੀ ਮਹਿਸੂਸ ਹੋ ਰਹੇ ਸਨ, ਜੋ ਪੈਸਿਆਂ ਦੇ ਲਾਲਚ ਆਪਣੀ ਬੇਟੀ ਦੀ ਇੱਜ਼ਤ ਦਾ ਸੌਦਾ ਕਰ ਬੈਠੇ ਸਨ। ਜਿਵੇਂ ਜਿਵੇਂ ਆਂਢ ਗੁਆਂਢ ਨੂੰ ਪਤਾ ਲੱਗ ਰਿਹਾ ਸੀ ਤਾਂ ਲੋਕਾਂ ਦੀਆਂ ਕੌੜੀਆਂ ਗੱਲਾਂ ਵਧਣ ਲੱਗੀਆਂ। ਅਸੀਂ ਤਾਂ ਘਰੋਂ ਬਾਹਰ ਤੱਕ ਨਿਕਲਣ ਦੇ ਲਾਇਕ ਨਹੀਂ ਰਹੇ ਸੀ। ਮੰਮੀ ਪਾਪਾ ਆਪਣੀ ਬੇਟੀ ਦੀ ਇਹ ਹਾਲਤ ਦੇਖ ਕੇ ਬਹੁਤ ਗੁੰਮਸੁੰਮ ਰਹਿਣ ਲੱਗੇ ਸਨ। ਪਾਪਾ ਨੇ ਖੁਦ ਦੇ ਠੀਕ ਹੋਣ ਦੇ ਬਾਵਜੂਦ
ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਸੀ। ਉਹ ਕਿਤੇ ਜਾ ਕੇ ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ ਸਨ, ਜਿਸ ਕਰਕੇ ਹੌਲੀ-ਹੌਲੀ ਘਰ ਦੇ ਹਾਲਾਤ ਵਿਗੜਨ ਲੱਗੇ। ਦੂਜੇ ਪਾਸੇ ਮੇਰੀ ਭੈਣ ਦਾ ਇਲਾਜ ਵੀ ਚੱਲ ਰਿਹਾ ਸੀ, ਕਿਉਂਕਿ ਹਰ ਸਮੇਂ ਆਪਣੇ ਆਪ ਨੂੰ ਕਿਸੇ ਨਾ ਕਿਸੇ ਬਹਾਨੇ ਮਾਰਨ ਨੂੰ ਤਿਆਰ ਰਹਿੰਦੀ ਸੀ। ਕੋਈ ਉਸ ਕੋਲ ਰੁਕ ਕੇ ਉਸ ਦੀ ਦੇਖਭਾਲ ਨਹੀਂ ਕਰ ਸਕਦਾ ਸੀ, ਕਿਉਂਕਿ ਉਹ ਸਾਰਿਆਂ ਨੂੰ ਮਾਰਨ ਨੂੰ ਪੈਂਦੀ ਸੀ। ਇਸ ਲਈ ਉਸ ਨੂੰ ਹਰ ਸਮੇਂ ਨੀਂਦ 'ਚ ਹੀ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਆਪਣੀ ਭੈਣ ਦੀ ਇਹ ਹਾਲਤ ਦੇਖ ਕੇ ਮੈਂ ਖੂਨ ਦੇ ਹੰਝੂ ਰੋਂਦੀ ਸੀ। ਕੁਝ ਦਿਨਾਂ ਬਾਅਦ ਜਦੋਂ ਮੇਰੀ ਭੈਣ ਨੂੰ ਡਾਕਟਰ ਕੋਲ ਲੈ ਕੇ ਜਾਣਾ ਸੀ, ਤਾਂ ਮੈਂ ਪਾਪਾ ਨੂੰ ਇਸ ਬਾਰੇ ਯਾਦ ਦਿਵਾਇਆ, ਤਾਂ ਉਹ ਬੋਲੇ ਕਿ ਹੁਣ ਉਹ ਉਸ ਨੂੰ ਡਾਕਟਰ ਕੋਲ ਨਹੀਂ ਲੈ ਕੇ ਜਾਣਗੇ। ਸਮਾਂ ਲੰਘਣ ਦੇ ਨਾਲ ਨਾਲ ਉਹ ਖੁਦ ਠੀਕ ਹੋ ਜਾਵੇਗੀ। ਮੈਂ ਉਹਨਾਂ ਦੀ ਗੱਲ ਸੁਣ ਕੇ ਸਿਰ ਹਿਲਾ ਦਿੱਤਾ ਤੇ ਕਿਹਾ ਕਿ ਠੀਕ ਹੈ, ਮੈਂ ਉਸ ਨੂੰ ਖੁਦ ਡਾਕਟਰ ਕੋਲ ਲੈ ਜਾਵਾਂਗੀ। ਪਾਪਾ ਅੱਗੇ ਮੇਰੇ ਤੇ ਗੁੱਸਾ ਕਰਨ ਲੱਗੇ, ਪਰ ਮੈਂ ਜਿੱਦ ਕਰਕੇ ਆਪਣੀ ਭੈਣ ਨੂੰ ਹਸਪਤਾਲ ਲੈ ਜਾਣ ਲੱਗੀ ਤਾਂ ਮਾਂ ਵੀ ਮੇਰੇ ਨਾਲ ਚੱਲਣ ਲੱਗੀ। ਮੇਰੀ ਭੈਣ ਦੀ ਹਾਲਤ ਦੇਖਦੇ ਹੀ ਉਸ ਨੂੰ ਹਸਪਤਾਲ 'ਚ ਐਡਮਿਟ ਕਰ ਲਿਆ ਗਿਆ। ਮੇਰੀ ਭੈਣ ਦੀ ਤਬੀਅਤ ਸੁਧਰਨ ਦੀ ਥਾਂ ਵਿਗੜ ਰਹੀ ਸੀ, ਜਿਸ ਕਰਕੇ ਮੇਰੀ ਪਰੇਸ਼ਾਨੀ ਵੱਧਦੀ ਜਾ ਰਹੀ ਸੀ। ਮੈਂ ਉਸ ਸਮੇਂ ਖੁਦ ਨੂੰ ਬਹੁਤ ਇਕੱਲਾ ਮਹਿਸੂਸ ਕਰ ਰਹੀ ਸੀ। ਮਾਂ ਮੇਰੇ ਨਾਲ ਤਾਂ ਸੀ, ਪਰ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਜਿਵੇਂ ਉਹ ਆਪਣੀ ਬੇਟੀ ਦੀ ਤਕਲੀਫ ਨੂੰ ਉਸ ਤਰ੍ਹਾਂ ਮਹਿਸੂਸ ਨਹੀਂ ਕਰ ਰਹੀ ਜਿਵੇਂ ਮੈਂ ਆਪਣੀ ਭੈਣ ਦੇ ਦਰਦ ਨੂੰ ਦੇਖ ਕੇ ਤੜਫ ਰਹੀ ਹਾਂ। ਮੇਰੀ ਭੈਣ ਘਰ ਦੇ ਕਿਸੇ ਵੀ ਮੈਂਬਰ ਨੂੰ ਦੇਖਦੀ ਸੀ ਤਾਂ ਉਹ ਉੱਚੀ ਉੱਚੀ ਚੀਖਣ ਲੱਗਦੀ ਸੀ। ਉਸ ਨੂੰ ਦੇਖ ਕੇ ਮੇਰੀਆਂ ਅੱਖਾਂ 'ਚੋਂ ਹੰਝੂ ਆ ਜਾਂਦੇ ਸਨ ਤੇ ਮੈਂ ਉਸ ਨੂੰ ਆਪਣੇ ਸੀਨੇ ਨਾਲ ਲਾ ਕੇ ਤਸੱਲੀ ਵੀ ਨਹੀਂ ਦੇ ਸਕਦੀ ਸੀ ਕਿ ਮੈਂ ਉਸ ਦੇ ਨਾਲ ਹਾਂ ਤੇ ਉਹ ਠੀਕ ਹੋ ਜਾਵੇਗੀ ਤੇ ਅਸੀਂ ਦੋਵੇਂ ਮਿਲ ਕੇ ਉਸ ਦੇ ਦੋਸ਼ੀ ਨੂੰ ਸਜ਼ਾ ਦਿਵਾਵਾਂਗੇ। ਇੱਕ ਦਿਨ ਹਸਪਤਾਲ ਦੇ ਡਾਕਟਰ ਨੇ ਮੈਨੂੰ ਆਪਣੇ ਕੈਬਿਨ 'ਚ ਬੁਲਾਇਆ ਤੇ ਕਿਹਾ ਕਿ ਜੇਕਰ ਤੂੰ ਆਪਣੀ ਭੈਣ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਇਸ ਨੂੰ ਕਿਤੇ ਦੂਰ ਲੈ ਜਾ ਜਾਂ ਫਿਰ ਕਿਤੇ ਲੁਕਾ ਦੇ, ਤਾਂ ਕਿ ਕਿਸੇ ਦੀ ਇਸ ਤੇ ਨਜ਼ਰ ਨਾ ਪਵੇ। ਇਸ ਨੂੰ ਆਪਣੇ ਘਰ ਵਾਲਿਆਂ ਤੋਂ ਦੂਰ ਰੱਖੋ, ਨਹੀਂ ਤਾਂ ਇੱਕ ਦਿਨ ਇਹ ਮਰ ਜਾਵੇਗੀ। ਮੈਂ ਡਾਕਟਰ ਦੀਆਂ ਗੱਲਾਂ ਸੁਣ ਕੇ ਹੈਰਾਨ ਤੇ ਪਰੇਸ਼ਾਨ ਜਿਹੀ ਹੋ ਗਈ ਕਿ ਉਹ ਇਹ ਸਭ ਕੀ ਆਖ ਰਹੇ ਹਨ। ਫਿਰ ਮੈਂ ਇਹ ਸੋਚ ਕੇ ਆਪਣੇ ਦਿਲ ਨੂੰ ਤਸੱਲੀ ਦਿੱਤੀ ਕਿ ਸ਼ਾਇਦ ਡਾਕਟਰ ਮੇਰੇ ਮਾਤਾ ਪਿਤਾ ਦੇ ਵਿਵਹਾਰ ਨੂੰ ਦੇਖ ਕੇ ਇਹ ਸਭ ਆਖ ਰਹੇ ਹੋਣਗੇ। ਅਸੀਂ ਜ਼ਿਆਦਾ ਦਿਨ ਹਸਪਤਾਲ 'ਚ ਵੀ ਨਹੀਂ ਰੁਕ ਸਕਦੇ ਸੀ, ਪਰ ਹਸਪਤਾਲ ਦੀ ਛੁੱਟੀ ਹੋਣ ਤੋਂ ਪਹਿਲਾਂ ਮਾਂ ਨੇ ਮੈਨੂੰ ਕਿਹਾ ਕਿ ਹੁਣ ਉਹ ਇਸ ਤਰ੍ਹਾਂ ਉਸ ਨੂੰ ਘਰ ਲੈ ਜਾਣ ਲਈ ਤਿਆਰ ਨਹੀਂ। ਮਾਂ ਨੇ ਮੈਨੂੰ ਕਿਹਾ ਕਿ ਹੁਣ ਉਹ ਥੱਕ ਚੁੱਕੀ ਹੈ ਸਾਰਿਆਂ ਨੂੰ ਇਹ ਦੱਸਦੇ ਕਿ ਉਹਨਾਂ ਦੀ ਬੇਟੀ ਹੁਣ ਮਰ ਗਈ ਹੈ। ਉਹ ਹੋਰ ਜ਼ਿਆਦਾ ਲੋਕਾਂ ਦੀਆਂ ਗੱਲਾਂ ਬਰਦਾਸ਼ਤ ਨਹੀਂ ਕਰ ਸਕਦੀ। ਮਾਂ ਦੀ ਇਸ ਗੱਲ ਨਾਲ ਮੇਰਾ ਦਿਲ ਤਾਂ ਬਹੁਤ ਦੁਖੀ ਹੋਇਆ ਸੀ, ਪਰ ਮੈਂ ਵੀ ਇਸ ਮਾਮਲੇ ਨੂੰ ਦਬਾ ਦੇਣਾ ਚਾਹੁੰਦੀ ਸੀ। ਇਸ ਲਈ ਦਿਲ ਤੇ ਪੱਥਰ ਰੱਖ ਕੇ ਮੈਂ ਮਾਂ ਦੀ ਗੱਲ ਮੰਨ ਲਈ। ਉਸ ਤੋਂ ਬਾਅਦ ਅਸੀਂ ਸੋਚਿਆ ਕਿ ਰਾਤ ਨੂੰ ਅਸੀਂ ਸੀਮਾ ਨੂੰ ਘਰ ਲੈ ਜਾਵਾਂਗੇ ਤੇ ਅਸੀਂ ਉਹੀ ਕੀਤਾ। ਅਸੀਂ ਰਾਤ ਨੂੰ ਸੀਮਾ ਨੂੰ ਘਰ ਲੈ ਗਏ, ਜਿਸ ਨਾਲ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ ਸੀ। ਘਰ 'ਚ ਜਦੋਂ ਭੁੱਖੇ ਰਹਿਣ ਦੀ ਨੌਬਤ ਆ ਗਈ ਤੇ ਪਾਪਾ ਨੇ ਇਸ ਪਾਸੇ ਬਿਲਕੁਲ ਵੀ ਧਿਆਨ ਨਾ ਦਿੱਤਾ ਤਾਂ ਮੈਂ ਕਿਹਾ ਕਿ ਮੈਂ ਕੋਈ ਕੰਮ ਕਰ ਲੈਂਦੀ ਹਾਂ, ਪਰ ਪਾਪਾ ਨੇ ਮੈਨੂੰ ਸਖਤੀ ਨਾਲ ਮਨਾ ਕਰ ਦਿੱਤਾ ਤੇ ਦੂਜੇ ਹੀ ਦਿਨ ਖੁਦ ਕੰਮ ਤੇ ਜਾਣ ਲੱਗੇ। ਦੂਜੇ ਪਾਸੇ ਮੇਰੀ ਭੈਣ ਨੂੰ ਕਮਰੇ 'ਚ ਬੰਦ ਕਰ ਦਿੱਤਾ ਗਿਆ ਸੀ ਤੇ ਕੋਈ ਵੀ ਉਸ ਕੋਲ ਨਹੀਂ ਜਾਂਦਾ ਸੀ। ਮੈਨੂੰ ਲੱਗਦਾ ਸੀ ਕਿ ਅਸੀਂ ਜੋ ਝੂਠੀ ਖਬਰ ਲੋਕਾਂ ਨੂੰ ਦਿੱਤੀ ਹੈ, ਇੱਕ ਦਿਨ ਉਹ ਸੱਚ ਸਾਬਤ ਹੋ ਜਾਵੇਗੀ, ਕਿਉਂਕਿ ਸੀਮਾ ਦੀ ਹਾਲਤ ਕੁਝ ਅਜਿਹੀ ਹੀ ਹੋ ਗਈ ਸੀ। ਮੈਨੂੰ ਆਪਣੇ ਘਰ ਦੇ ਮਾਹੌਲ ਤੋਂ ਬਹੁਤ ਡਰ ਲੱਗਣ ਲੱਗਿਆ ਸੀ। ਸਭ ਕੁਝ ਬਹੁਤ ਅਜੀਬ ਜਿਹਾ ਲੱਗਦਾ ਸੀ। ਮੇਰੇ ਮਾਤਾ ਪਿਤਾ ਵੀ ਮੈਨੂੰ ਪਰਾਏ ਜਿਹੇ ਲੱਗਣ ਲੱਗੇ ਸਨ। ਮੈਂ ਖੁਦ ਨੂੰ ਬਹੁਤ ਇਕੱਲਾ ਮਹਿਸੂਸ ਕਰਨ ਲੱਗੀ ਸੀ ਤੇ ਮੈਨੂੰ ਲੱਗਦਾ ਸੀ ਕਿ ਮੈਂ ਵੀ ਇੱਕ ਦਿਨ ਹੌਲੀ-ਹੌਲੀ ਪਾਗਲ ਹੋ ਜਾਵਾਂਗੀ। ਘਰ ਵਾਲਿਆਂ ਦਾ ਵਿਵਹਾਰ ਮੇਰੇ ਨਾਲ ਵੀ ਬਹੁਤ ਅਜੀਬ ਜਿਹਾ ਹੋ ਗਿਆ ਸੀ। ਮੈਨੂੰ ਆਪਣੇ ਹੀ ਮਾਤਾ ਪਿਤਾ ਤੋਂ ਡਰ ਲੱਗਣ ਲੱਗਿਆ ਸੀ। ਮੈਨੂੰ ਇਸ ਤਰ੍ਹਾਂ ਲੱਗਣ ਲੱਗਿਆ ਜਿਵੇਂ ਮੈਂ ਕਿਸੇ ਵੱਡੀ ਬਿਮਾਰੀ ਦਾ ਸ਼ਿਕਾਰ ਹੋ ਗਈ ਹਾਂ। ਮਾਂ ਤੇ ਪਾਪਾ ਨੂੰ ਤਾਂ ਕੁਝ ਕਹਿਣ ਦਾ ਦਿਲ ਹੀ ਨਹੀਂ ਕਰਦਾ ਸੀ, ਕਿਉਂਕਿ ਮੈਂ ਉਹਨਾਂ ਨਾਲ ਕੋਈ ਗੱਲ ਨਹੀਂ ਕਰਦੀ ਸੀ। ਸਾਰੇ ਆਪਣੇ ਆਪਣੇ ਹਿਸਾਬ ਨਾਲ ਜ਼ਿੰਦਗੀ ਬਿਤਾ ਰਹੇ ਸਨ। ਇਸ ਦੇ ਬਾਵਜੂਦ ਮਾਂ ਮੈਨੂੰ ਸੀਮਾ ਕੋਲ ਨਹੀਂ ਜਾਣ ਦਿੰਦੀ ਸੀ। ਬਸ ਇਹ ਕਹਿੰਦੀ ਸੀ ਕਿ ਉਹ ਤੈਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ। ਉਸ ਨੂੰ ਖਾਣਾ ਵੀ ਮਾਂ ਹੀ ਦਿੰਦੀ ਸੀ। ਮੈਨੂੰ ਅਜਿਹਾ ਲੱਗਦਾ ਸੀ ਕਿ ਜਿਵੇਂ ਮੇਰੀ ਭੈਣ ਦਾ ਬਾਹਰੀ ਦੁਨੀਆ ਨਾਲੋਂ ਰਿਸ਼ਤਾ ਖਤਮ ਹੋ ਚੁੱਕਾ ਸੀ।
ਇਸ ਵਾਰ ਮੈਂ ਕਿਸੇ ਦੇ ਕਹੇ ਬਿਨਾਂ ਹੀ ਆਪਣੀ ਪੜ੍ਹਾਈ ਛੱਡ ਦਿੱਤੀ ਸੀ ਤੇ ਹੁਣ ਮੈਂ ਵੀ ਆਪਣੇ ਇਸ ਫੈਸਲੇ ਤੇ ਪਛਤਾ ਰਹੀ ਸੀ, ਕਿਉਂਕਿ ਘਰ 'ਚ ਮੇਰਾ ਸਮਾਂ ਨਹੀਂ ਲੰਘਦਾ ਸੀ। ਮੈਨੂੰ ਲੱਗਦਾ ਸੀ ਕਿ ਜਿਵੇਂ ਮੈਂ ਤਣਾਅ ਦਾ ਸ਼ਿਕਾਰ ਹੋ ਰਹੀ ਹਾਂ। ਆਪਣੀ ਹਾਲਤ ਤੋਂ ਘਬਰਾਏ ਹੋਏ ਮੈਂ ਆਪਣੇ ਮਾਤਾ-ਪਿਤਾ ਨਾਲ ਗੱਲ ਕੀਤੀ ਕਿ ਮੈਂ ਹੁਣ ਦੁਬਾਰਾ ਆਪਣੀ ਪੜ੍ਹਾਈ ਸ਼ੁਰੂ ਕਰਨਾ ਚਾਹੁੰਦੀ ਹਾਂ। ਮੇਰੀ ਇਹ ਗੱਲ ਸੁਣ ਕੇ ਮੇਰੇ ਮਾਤਾ-ਪਿਤਾ ਬਹੁਤ ਪਰੇਸ਼ਾਨ ਹੋ ਗਏ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪਰੇਸ਼ਾਨ ਨਾ ਹੋਵੋ, ਮੈਂ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਆਪਣਾ ਖਰਚਾ ਕੱਢ ਲਵਾਂਗੀ। ਪਰ ਉਹ ਮੇਰੀ ਗੱਲ ਮੰਨਣ ਨੂੰ ਤਿਆਰ ਨਹੀਂ ਸਨ। ਮੈਂ ਉਹਨਾਂ ਨੂੰ ਰਾਜ਼ੀ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਸੀ, ਪਰ ਉਹ ਮੈਨੂੰ ਸਖਤੀ ਨਾਲ ਮਨਾ ਕਰ ਚੁੱਕੇ ਸਨ ਕਿ ਮੈਂ ਅੱਗੇ ਪੜ੍ਹਨ ਦਾ ਖਿਆਲ ਆਪਣੇ ਦਿਮਾਗ 'ਚੋਂ ਕੱਢ ਦੇਵਾਂ। ਮੈਨੂੰ ਆਪਣੇ ਹਾਲਾਤ ਤੇ ਗੁੱਸਾ ਤੇ ਰੋਣਾ ਆ ਰਿਹਾ ਸੀ। ਅਸੀਂ ਕਿੰਨੇ ਬੇਵਸ ਸੀ ਕਿ ਆਪਣੇ ਨਾਲ ਹੋਏ ਇੰਨੇ ਵੱਡੇ ਹਾਦਸੇ ਤੋਂ ਬਾਅਦ ਵੀ ਅਸੀਂ ਉਸ ਦੋਸ਼ੀ ਨੂੰ ਜਾਣਦੇ ਤੱਕ ਨਹੀਂ ਸੀ। ਉਸ ਨੂੰ ਉਸਦੇ ਗੁਨਾਹ ਦੀ ਸਜ਼ਾ ਦੇਣਾ ਤਾਂ ਬਹੁਤ ਦੂਰ ਦੀ ਗੱਲ ਸੀ। ਮੇਰੀ ਭੈਣ ਜਿਸ ਸਕੂਲ 'ਚ ਪੜ੍ਹਾਉਂਦੀ ਸੀ, ਉਹ ਸਕੂਲ ਦੇ ਸਟਾਫ ਨੇ ਤਾਂ ਇਸ ਤਰ੍ਹਾਂ ਚੁੱਪੀ ਸਾਧ ਲਈ ਸੀ ਜਿਵੇਂ ਉਹਨਾਂ ਨੂੰ ਕੁਝ ਪਤਾ ਹੀ ਨਾ ਹੋਵੇ। ਉਹਨਾਂ ਨੇ ਤਾਂ ਇਹ ਵੀ ਨਹੀਂ ਸੋਚਿਆ ਕਿ ਆਖਰ ਮੇਰੀ ਭੈਣ ਸਕੂਲ 'ਚ ਪੜ੍ਹਾਉਣ ਕਿਉਂ ਨਹੀਂ ਜਾ ਰਹੀ। ਉਹਨਾਂ ਨੇ ਉਸਦੀ ਕੋਈ ਵੀ ਖਬਰ ਲੈਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਮੈਂ ਪਾਪਾ ਨੂੰ ਕਿਹਾ ਕਿ ਪਾਪਾ ਸਾਨੂੰ ਸਕੂਲ ਤੇ ਉਸ ਸਕੂਲ ਦੇ ਟੀਚਰਾਂ ਤੇ ਕੇਸ ਕਰਨਾ ਚਾਹੀਦਾ ਹੈ। ਪਾਪਾ ਨੇ ਮੈਨੂੰ ਗੁੱਸੇ ਝਿੜਕਦੇ ਹੋਏ ਕਿਹਾ ਕਿ ਆਪਣੀ ਜ਼ੁਬਾਨ ਬੰਦ ਰੱਖ ਤੇ ਇਹ ਵੀ ਕਿਹਾ ਕਿ ਮੇਰੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਹੋਰ ਜ਼ਿਆਦਾ ਨਾ ਵਧਾਓ। ਮੈਨੂੰ ਅਜਿਹਾ ਲੱਗਣ ਲੱਗਿਆ ਸੀ ਕਿ ਜਿਵੇਂ ਉਹ ਮੇਰੀ ਛੋਟੀ ਭੈਣ ਨਾਲ ਨਫ਼ਰਤ ਕਰਨ ਲੱਗੇ ਹਨ, ਪਰ ਨਾਲ-ਨਾਲ ਮੈਨੂੰ ਵੀ ਕਰਨ ਲੱਗੇ ਹਨ। ਹਾਲਾਂਕਿ ਸੀਮਾ ਨਾਲ ਹੋਏ ਹਾਦਸੇ 'ਚ ਸੀਮਾ ਦਾ ਕੋਈ ਕਸੂਰ ਨਹੀਂ ਸੀ। ਮੇਰੀ ਤਬੀਅਤ ਕੁਝ ਦਿਨਾਂ ਤੋਂ ਖਰਾਬ ਰਹਿਣ ਲੱਗੀ ਸੀ, ਜਿਸ ਕਰਕੇ ਮਾਂ ਮੇਰਾ ਸਿਰ ਦਬਾਉਂਦੀ ਰਹਿੰਦੀ ਸੀ। ਮੈਂ ਖੁਸ਼ ਸੀ ਕਿ ਉਹਨਾਂ ਨੂੰ ਅਜੇ ਵੀ ਮੇਰਾ ਖਿਆਲ ਹੈ ਤੇ ਉਹਨਾਂ ਦੇ ਦਿਲ 'ਚ ਮੇਰੇ ਲਈ ਪਿਆਰ ਅਜੇ ਵੀ ਹੈ। ਮਾਂ ਮੇਰਾ ਸਿਰ ਤੇ ਪੈਰ ਦਬਾਉਂਦੀ ਰਹਿੰਦੀ ਤੇ ਮੈਂ ਚੈਨ ਨਾਲ ਸੋ ਜਾਂਦੀ। ਪਰ ਜਿਵੇਂ ਹੀ ਮੈਂ ਦੂਜੇ ਦਿਨ ਸਵੇਰੇ ਉੱਠਦੀ ਸੀ ਤਾਂ ਮਾਂ ਮੈਨੂੰ ਇੱਕ ਗੋਲੀ ਖਵਾ ਦਿੰਦੀ ਸੀ ਤੇ ਇਹ ਕਹਿੰਦੀ ਸੀ ਕਿ ਇਸ ਗੋਲੀ ਨੂੰ ਖਾਣ ਨਾਲ ਮੇਰੀ ਤਬੀਅਤ ਬਿਲਕੁਲ ਠੀਕ ਹੋ ਜਾਵੇਗੀ। ਇਸ ਤਰ੍ਹਾਂ ਹੀ ਕਾਫੀ ਦਿਨ ਲੰਘ ਗਏ, ਪਰ ਮੇਰੀ ਤਬੀਅਤ 'ਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਆਪਣੀ ਹਾਲਤ ਤੋਂ ਮੈਂ ਖੁਦ ਹੀ ਪਰੇਸ਼ਾਨ ਹੋ ਗਈ ਸੀ। ਉਂਝ ਤਾਂ ਮੈਨੂੰ ਕੋਈ ਬਿਮਾਰੀ ਨਹੀਂ ਸੀ, ਪਰ ਇਸ ਦੇ ਬਾਵਜੂਦ ਵੀ ਮੇਰੇ ਸਰੀਰ 'ਚ ਥਕਾਵਟ ਜਿਹੀ ਮਹਿਸੂਸ ਹੁੰਦੀ ਸੀ ਤੇ ਬਸ ਮਨ ਕਰਦਾ ਸੀ ਕਿ ਪਈ ਰਹਾਂ ਤੇ ਸੌਂਦੀ ਰਹਾਂ। ਮੈਂ ਆਪਣੇ ਆਪ ਤੋਂ ਬਹੁਤ ਤੰਗ ਆ ਗਈ ਸੀ। ਮੈਂ ਸਭ ਕੁਝ ਭੁੱਲਣ ਲੱਗੀ ਸੀ। ਮੈਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਸੀ। ਮੈਂ ਕਦੋਂ ਸੌਂਦੀ ਹਾਂ, ਕਦੋਂ ਉੱਠਦੀ ਹਾਂ, ਕਦੋਂ ਕੀ ਕਰਦੀ ਹਾਂ, ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕੁਝ ਬੁਰਾ ਹੋਣ ਵਾਲਾ ਹੈ ਜਾਂ ਫਿਰ ਕੁਝ ਬੁਰਾ ਹੋ ਗਿਆ ਹੈ। ਮੈਥੋਂ ਕੋਈ ਕੰਮ ਵੀ ਨਹੀਂ ਹੁੰਦਾ ਸੀ ਤੇ ਜੇਕਰ ਕੋਸ਼ਿਸ਼ ਕਰਦੀ ਤਾਂ ਮਾਂ ਕਹਿ ਦਿੰਦੀ ਕਿ ਤੂੰ ਆਪਣੇ ਕਮਰੇ 'ਚ ਆਰਾਮ ਕਰ, ਤੈਨੂੰ ਕੁਝ ਕਰਨ ਦੀ ਲੋੜ ਨਹੀਂ ਹੈ, ਜਿਸ ਨਾਲ ਮੈਨੂੰ ਸ਼ੱਕ ਹੋਣ ਲੱਗਿਆ ਕਿ ਕੁਝ ਤਾਂ ਗੜਬੜ ਜ਼ਰੂਰ ਹੈ ਜੋ ਮੇਰੀ ਸਮਝ ਤੋਂ ਬਾਹਰ ਹੈ। ਇਸ ਤੋਂ ਬਾਅਦ ਮੈਂ ਉਸ ਸਮੇਂ ਦਾ ਇੰਤਜ਼ਾਰ ਕੀਤਾ ਜਦੋਂ ਮੰਮੀ ਪਾਪਾ ਦੀ ਨਜ਼ਰ ਮੈਥੋਂ ਹਟੀ। ਮੈਂ ਜਿਵੇਂ ਤਿਵੇਂ ਕੈਮਰਿਆਂ ਦਾ ਇੰਤਜ਼ਾਮ ਕਰ ਲਿਆ ਸੀ ਤੇ ਮੰਮੀ ਪਾਪਾ ਦੀਆਂ ਨਜ਼ਰਾਂ ਤੋਂ ਬਚ ਕੇ ਮੈਂ ਇੱਕ ਕੈਮਰਾ ਮੰਮੀ ਪਾਪਾ ਦੇ ਕਮਰੇ 'ਚ ਤੇ ਇੱਕ ਆਪਣੇ ਕਮਰੇ 'ਚ ਲਗਾ ਦਿੱਤਾ। ਉਹਨਾਂ ਦਾ ਰਵੱਈਆ ਤਾਂ ਮੈਨੂੰ ਕਦੋਂ ਤੋਂ ਅਜੀਬ ਲੱਗ ਰਿਹਾ ਸੀ, ਪਰ ਹੁਣ ਤਾਂ ਮੈਨੂੰ ਸੱਚ ਜਾਣਨ ਦੀ ਉਡੀਕ ਸੀ। ਮੈਂ ਦੇਖਣਾ ਚਾਹੁੰਦੀ ਸੀ ਆਖਰ ਮੇਰੇ ਸੌਣ ਤੋਂ ਬਾਅਦ ਇਹ ਕੀ ਕਰਦੇ ਹਨ। ਪਤਾ ਨਹੀਂ ਇਹ ਕਿਹੋ ਜਿਹਾ ਸਮਾਂ ਆ ਗਿਆ ਸੀ ਕਿ ਮੈਨੂੰ ਆਪਣੇ ਮਾਤਾ ਪਿਤਾ ਤੇ ਹੀ ਵਿਸ਼ਵਾਸ ਨਹੀਂ ਰਿਹਾ ਸੀ। ਮੈਂ ਆਪਣੇ ਦਿਲ 'ਚ ਇਹ ਵੀ ਸੋਚਦੀ ਸੀ ਕਿ ਜਿਹੋ ਜਿਹਾ ਮੈਂ ਸੋਚ ਰਹੀ ਹਾਂ ਉਸ ਤਰ੍ਹਾਂ ਦਾ ਕੁਝ ਨਾ ਹੋਵੇ ਤਾਂ ਚੰਗਾ ਹੀ ਹੈ। ਕਾਸ਼ ਇਹ ਸਭ ਮੇਰਾ ਵਹਿਮ ਹੋਵੇ, ਪਰ ਅਜਿਹਾ ਕੁਝ ਵੀ ਨਾ ਹੋਇਆ। ਕੈਮਰੇ 'ਚ ਉਹ ਸਭ ਕੁਝ ਰਿਕਾਰਡ ਹੋ ਗਿਆ ਜਿਵੇਂ ਮੇਰੇ ਮਾਤਾ ਪਿਤਾ ਕਰ ਰਹੇ ਸਨ, ਤੇ ਨਾਲ ਹੀ ਉਹਨਾਂ ਦੀਆਂ ਗੱਲਾਂ ਵੀ ਜੋ ਉਹ ਕਰਦੇ ਸਨ, ਜਿਸ ਨਾਲ ਮੇਰਾ ਦਿਲ ਪਾਟਣ ਲੱਗਿਆ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਨੂੰ ਅਜਿਹਾ ਲੱਗਿਆ ਜਿਵੇਂ ਮੈਂ ਮਰਨ ਵਾਲੀ ਹਾਂ। ਮੇਰਾ ਸਰੀਰ ਡਰ ਕਾਰਨ ਕੰਬ ਰਿਹਾ ਸੀ। ਮੇਰੇ ਆਪਣੇ ਮਾਤਾ ਪਿਤਾ ਨੇ ਮੇਰੀ ਛੋਟੀ ਭੈਣ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸੀ ਤੇ ਮੈਨੂੰ ਇੱਕ ਹੀ ਘਰ 'ਚ ਰਹਿੰਦੇ ਹੋਏ ਇਸ ਦਾ ਬਿਲਕੁਲ ਵੀ ਪਤਾ ਨਾ ਲੱਗਿਆ। ਮੈਂ ਬਿਲਕੁਲ ਅਣਜਾਣ ਰਹੀ। ਉਹ ਮੈਨੂੰ ਵੀ ਇੰਨਾ ਬੇਵਸ ਕਰ ਦੇਣਾ ਚਾਹੁੰਦੇ ਸੀ ਕਿ ਮੈਂ ਵੀ ਬਾਹਰੀ ਦੁਨੀਆ ਤੋਂ ਰਿਸ਼ਤਾ ਖਤਮ ਕਰ ਦੇਵਾਂ। ਮੈਨੂੰ ਆਪਣੇ ਮਾਤਾ ਪਿਤਾ ਤੋਂ ਅਜਿਹੇ ਜ਼ੁਲਮ ਦੀ ਉਮੀਦ ਬਿਲਕੁਲ ਵੀ ਨਹੀਂ ਸੀ। ਆਖਰ ਉਹ ਆਪਣੀਆਂ ਬੇਟੀਆਂ ਤੇ ਇਸ ਤਰ੍ਹਾਂ ਦਾ ਜ਼ੁਲਮ ਕਿਵੇਂ ਕਰ ਸਕਦੇ ਸਨ? ਉਹਨਾਂ ਨੇ ਮੇਰੀ ਛੋਟੀ ਭੈਣ ਨੂੰ ਕਿਉਂ ਮਾਰਿਆ? ਮੈਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਇਹ ਸਭ ਸੋਚ ਕੇ ਮੈਂ ਪਾਗਲ ਹੋ ਜਾਵਾਂਗੀ। ਹੁਣ ਮੈਨੂੰ ਆਪਣੇ ਹੀ ਘਰ 'ਚ ਆਪਣੀ ਜਾਨ ਦਾ ਖਤਰਾ ਸੀ।
ਉਹ ਵੀ ਕਿਸੇ ਹੋਰ ਤੋਂ ਨਹੀਂ ਸਗੋਂ ਆਪਣੇ ਹੀ ਸਕੇ ਮਾਤਾ ਪਿਤਾ ਤੋਂ। ਮੇਰੀਆਂ ਅੱਖਾਂ 'ਚੋਂ ਹੰਝੂ ਵਗ ਰਹੇ ਸਨ। ਮੈਂ ਖੁਦ ਨੂੰ ਆਪਣੇ ਕਮਰੇ 'ਚ ਬੰਦ ਕਰ ਰੱਖਿਆ ਸੀ, ਪਰ ਜਦੋਂ ਮੈਨੂੰ ਲੱਗਿਆ ਕਿ ਇਸ ਤਰ੍ਹਾਂ ਬੰਦ ਰਹਿਣ ਨਾਲ ਕੋਈ ਫਾਇਦਾ ਨਹੀਂ ਹੋਣ ਵਾਲਾ ਤਾਂ ਮੈਂ ਸੋਚਿਆ ਕਿ ਮੈਨੂੰ ਇਸ ਸੰਬੰਧੀ ਆਪਣੇ ਮਾਤਾ ਪਿਤਾ ਤੋਂ ਸਵਾਲ ਜ਼ਰੂਰ ਕਰਨਾ ਚਾਹੀਦਾ ਹੈ ਕਿ ਆਖਰ ਉਹਨਾਂ ਨੇ ਅਜਿਹਾ ਕਿਉਂ ਕੀਤਾ। ਮੈਂ ਹਿੰਮਤ ਕਰਕੇ ਉਹਨਾਂ ਦੇ ਸਾਹਮਣੇ ਖੜੀ ਹੋਈ ਤੇ ਉਹਨਾਂ ਨੂੰ ਸਵਾਲ ਕਰਦੀ ਰਹੀ। ਮੈਨੂੰ ਤਾਂ ਲੱਗਿਆ ਸੀ ਕਿ ਉਹ ਸ਼ਰਮਿੰਦਾ ਹੋਣਗੇ, ਪਰ ਉਹਨਾਂ ਨੇ ਆਰਾਮ ਨਾਲ ਆਪਣਾ ਗੁਨਾਹ ਕਬੂਲ ਕਰ ਲਿਆ ਕਿ ਉਹ ਸੱਚ 'ਚ ਇਹ ਸਭ ਕੁਝ ਕਰ ਚੁੱਕੇ ਹਨ। ਫਿਰ ਮੈਂ ਰੋਂਦੇ ਹੋਏ ਉਹਨਾਂ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਬਹੁਤ ਹੀ ਗੁੱਸੇ ਨਾਲ ਜਵਾਬ ਦਿੱਤਾ ਕਿ ਉਹਨਾਂ ਦੀ ਬੇਟੀ ਨਾਲ ਜੋ ਕੁਝ ਹੋਇਆ ਸੀ ਉਸ ਨਾਲ ਉਹ ਇਸ ਦੁਨੀਆ 'ਚ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੇ ਸਨ ਤੇ ਘਰੋਂ ਬਾਹਰ ਨਿਕਲਣ ਤੋਂ ਵੀ ਡਰਦੇ ਸਨ। ਇਸ ਲਈ ਉਹਨਾਂ ਨੇ ਆਪਣੀ ਆਜ਼ਾਦੀ ਲਈ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਉਂਝ ਵੀ ਉਸ ਦੀ ਜ਼ਿੰਦਗੀ ਇੱਕ ਜ਼ਿੰਦਾ ਲਾਸ਼ ਵਾਂਗ ਬਣ ਗਈ ਸੀ। ਉਸ ਤੋਂ ਬਾਅਦ ਉਹਨਾਂ ਨੂੰ ਮੇਰੇ ਤੋਂ ਵੀ ਖਤਰਾ ਸੀ ਕਿ ਮੈਂ ਵੀ ਸੀਮਾ ਵਾਂਗ ਉਹਨਾਂ ਨੂੰ ਕਿਸੇ ਮੁਸ਼ਕਲ 'ਚ ਨਾ ਪਾ ਦੇਵਾਂ। ਇਸ ਲਈ ਉਹ ਦਿਨ ਰਾਤ ਮੈਨੂੰ ਨਸ਼ੇ ਦੀਆਂ ਗੋਲੀਆਂ ਦਿੰਦੇ ਸਨ, ਜਿਸ ਕਰਕੇ ਮੈਂ ਸੌਂਦੀ ਰਹਿੰਦੀ ਸੀ। ਉਹ ਆਪਣੀਆਂ ਧੀਆਂ ਕਰਕੇ ਸਾਰਿਆਂ ਸਾਹਮਣੇ ਨਜ਼ਰਾਂ ਨਹੀਂ ਉਠਾ ਸਕਦੇ ਸਨ। ਉਹਨਾਂ ਦਾ ਇਰਾਦਾ ਆਪਣੀਆਂ ਦੋਵੇਂ ਧੀਆਂ ਨੂੰ ਖਤਮ ਕਰ ਦੇਣਾ ਸੀ ਤੇ ਉਹ ਸਿਰਫ ਆਪਣੇ ਬੇਟੇ ਨਾਲ ਹੀ ਜ਼ਿੰਦਗੀ ਬਿਤਾਉਣਾ ਚਾਹੁੰਦੇ ਸਨ। ਪਰ ਇਸ ਤੋਂ ਪਹਿਲਾਂ ਹੀ ਮੈਨੂੰ ਸਭ ਕੁਝ ਪਤਾ ਲੱਗ ਗਿਆ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਿਹੋ ਜਿਹੇ ਮਾਂ-ਬਾਪ ਹੋ। ਤੁਹਾਡੇ ਸੀਨੇ 'ਚ ਦਿਲ ਦੀ ਥਾਂ ਪੱਥਰ ਹੈ। ਤੁਹਾਡੀ ਬੇਟੀ ਜਿਸ ਨੂੰ ਅਤਿਆਚਾਰ ਹੋਇਆ, ਤੁਸੀਂ ਉਸ ਦੇ ਅਤਿਆਚਾਰ ਦਾ ਬਦਲਾ ਲੈਣ ਦੀ ਥਾਂ ਉਸ ਦੀ ਹੀ ਜਾਨ ਦੇ ਦੁਸ਼ਮਣ ਬਣ ਗਏ। ਤੇ ਮੇਰੇ ਨਾਲ ਤਾਂ ਅਜਿਹਾ ਕੁਝ ਵੀ ਨਹੀਂ ਹੋਇਆ ਜਿਹੋ ਜਿਹਾ ਸੀਮਾ ਨਾਲ ਹੋਇਆ ਸੀ। ਫਿਰ ਤੁਸੀਂ ਮੇਰੇ ਨਾਲ ਇਹ ਸਭ ਕੁਝ ਕਿਉਂ ਕੀਤਾ? ਤੁਸੀਂ ਤਾਂ ਮਾਂ-ਬਾਪ ਅਖਵਾਉਣ ਦੇ ਲਾਇਕ ਹੀ ਨਹੀਂ ਹੋ। ਤੁਸੀਂ ਦੋਵੇਂ ਸਾਡੇ ਦੁਸ਼ਮਣ ਹੋ। ਹੁਣ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ। ਮੈਂ ਇੱਥੋਂ ਜਾ ਕੇ ਕਿਸੇ ਹੋਸਟਲ 'ਚ ਰਹਿ ਲਵਾਂਗੀ ਤੇ ਕੁਝ ਬਣ ਕੇ ਆਪਣੀ ਭੈਣ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗੀ। ਮੇਰੀ ਗੱਲ ਸੁਣ ਕੇ ਮੇਰੇ ਮਾਤਾ ਪਿਤਾ ਘਬਰਾ ਗਏ ਤੇ ਮੈਨੂੰ ਫੜ ਕੇ ਕਮਰੇ 'ਚ ਬੰਦ ਕਰਨ ਦੀ ਕੋਸ਼ਿਸ਼ ਕਰਨ ਲੱਗੀ, ਪਰ ਮੈਂ ਉਹਨਾਂ ਦੀ ਪਕੜ ਤੋਂ ਛੁੱਟ ਕੇ ਭੱਜ ਗਈ। ਮੈਂ ਘਰ ਹੀ ਨਹੀਂ, ਉਹਨਾਂ ਲੋਕਾਂ ਦੀ ਜ਼ਿੰਦਗੀ 'ਚੋਂ ਵੀ ਭੱਜ ਚੁੱਕੀ ਸੀ। ਮੈਨੂੰ ਇੱਕ ਦਿਨ ਵਾਪਸ ਆਉਣਾ ਸੀ, ਕਿਉਂਕਿ ਮੈਂ ਕੁਝ ਬਣਨਾ ਸੀ ਤੇ ਉਹਨਾਂ ਦੀ ਸੱਚਾਈ ਸਾਰਿਆਂ ਦੇ ਸਾਹਮਣੇ ਲਿਆਉਣੀ ਸੀ ਤੇ ਆਪਣੀ ਭੈਣ ਦੇ ਦੋਸ਼ੀਆਂ ਨੂੰ ਵੀ ਸਜ਼ਾ ਦਿਵਾਉਣੀ ਸੀ। ਜੇਕਰ ਮੇਰੇ ਮਾਤਾ ਪਿਤਾ ਆਪਣੀ ਇੱਜ਼ਤ ਖਾਤਰ ਆਪਣੀ ਸਕੀ ਬੇਟੀ ਨੂੰ ਮਾਰ ਸਕਦੇ ਹਨ ਤਾਂ ਮੈਂ ਵੀ ਉਹਨਾਂ ਦੀ ਬੇਟੀ ਸੀ। ਮੈਂ ਖੁਦ ਨੂੰ ਮਜ਼ਬੂਤ ਕਰਕੇ ਰਾਤ ਦੇ ਹਨੇਰੇ 'ਚ ਆਪਣੇ ਲਈ ਰੋਸ਼ਨੀ ਲੱਭਣ ਨਿਕਲ ਪਈ ਸੀ। ਮੈਂ ਸ਼ਾਇਦ ਅਜਿਹਾ ਨਾ ਕਰਦੀ ਤੇ ਉਹਨਾਂ ਤੇ ਤਰਸ ਖਾ ਲੈਂਦੀ ਜੇਕਰ ਉਹਨਾਂ ਦੇ ਚਿਹਰੇ ਤੇ ਮੈਨੂੰ ਥੋੜੀ ਜਿਹੀ ਵੀ ਸ਼ਰਮਿੰਦਗੀ ਦਿਸ ਜਾਂਦੀ, ਪਰ ਉਹਨਾਂ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਸੀ। ਮੈਂ ਸੋਚਿਆ ਕਿ ਜੇਕਰ ਉਹ ਆਪਣੀ ਗਲਤੀ ਦੀ ਮੁਆਫੀ ਮੰਗ ਲੈਣਗੇ ਤਾਂ ਮੈਂ ਉਹਨਾਂ ਨੂੰ ਮਾਫ ਕਰ ਦੇਵਾਂਗੀ, ਪਰ ਉਹਨਾਂ ਦੇ ਇੰਨਾ ਬੇਰਹਿਮ ਹੋਣ ਕਰਕੇ ਮੈਨੂੰ ਇਹ ਕਦਮ ਉਠਾਉਣਾ ਪਿਆ ਸੀ। ਮੈਂ ਘਰੋਂ ਤਾਂ ਆ ਗਈ ਸੀ, ਪਰ ਹੁਣ ਮੇਰੇ ਕੋਲ ਰੁਕਣ ਦਾ ਕੋਈ ਵੀ ਠਿਕਾਣਾ ਨਹੀਂ ਸੀ। ਇਸ ਦੌਰਾਨ ਮੈਨੂੰ ਯਾਦ ਆਇਆ ਕਿ ਮੇਰੀ ਇੱਕ ਸਹੇਲੀ ਸੀ ਜੋ ਮੇਰੇ ਨਾਲ ਪੜ੍ਹਦੀ ਸੀ। ਮੈਂ ਉਸ ਨੂੰ ਫੋਨ ਕੀਤਾ। ਮੈਨੂੰ ਸਿਰਫ ਇੰਨਾ ਪਤਾ ਸੀ ਕਿ ਉਹ ਪੱਤਰਕਾਰ ਦਾ ਕੋਰਸ ਕਰਨਾ ਚਾਹੁੰਦੀ ਸੀ, ਪਰ ਇਹ ਕਾਫੀ ਪਹਿਲਾਂ ਦੀ ਗੱਲ ਸੀ। ਹਾਲਾਂਕਿ ਮੇਰੇ ਕੋਲ ਉਸ ਦਾ ਨੰਬਰ ਸੀ। 2 ਵਾਰ ਘੰਟੀ ਗਈ ਤੇ ਉਸਨੇ ਫੋਨ ਚੁੱਕਿਆ। ਮੈਂ ਉਸ ਨਾਲ ਗੱਲ ਕੀਤੀ। ਪਹਿਲੀ ਵਾਰ 'ਚ ਉਹ ਮੈਨੂੰ ਪਹਿਚਾਨ ਗਈ। ਮੈਂ ਉਸ ਤੋਂ ਉਸ ਦਾ ਪਤਾ ਪੁੱਛਿਆ ਤੇ ਉਸ ਨੂੰ ਆਪਣੀ ਪਰੇਸ਼ਾਨੀ ਦੱਸੀ। ਉਸਨੇ ਤੁਰੰਤ ਮੈਨੂੰ ਆਪਣੇ ਘਰੇ ਬੁਲਾਇਆ। ਉਹ ਜਿੱਥੇ ਨੌਕਰੀ ਕਰਦੀ ਸੀ ਉਸ ਦਫ਼ਤਰ ਦੇ ਕੋਲ ਹੀ ਉਸਨੇ ਇੱਕ ਕਮਰਾ ਲੈ ਰੱਖਿਆ ਸੀ ਤੇ ਉੱਥੇ ਇਕੱਲੀ ਹੀ ਰਹਿੰਦੀ ਸੀ। ਮੈਂ ਉੱਥੇ ਪਹੁੰਚੀ ਤਾਂ ਉਸਨੇ ਮੈਨੂੰ ਖਾਣਾ ਖਵਾਇਆ। ਖਾਣਾ ਖਾਣ ਤੋਂ ਬਾਅਦ ਮੈਂ ਉਸਨੂੰ ਆਪਣੇ ਨਾਲ ਹੋਈ ਸਾਰੀ ਵਾਰਦਾਤ ਦੱਸੀ ਤੇ ਇਹ ਵੀ ਦੱਸਿਆ ਕਿ ਮੇਰੀ ਭੈਣ ਨਾਲ ਕੀ ਜ਼ੁਲਮ ਹੋਏ ਸਨ। ਇਹ ਸਭ ਸੁਣਨ ਤੋਂ ਬਾਅਦ ਉਸਨੇ ਮੈਨੂੰ ਕਿਹਾ ਕਿ ਮੈਂ ਤੇਰੀ ਮਦਦ ਕਰਾਂਗੀ। ਉਸਦਾ ਕੋਈ ਦੋਸਤ ਪੁਲਿਸ ਅਫਸਰ ਸੀ। ਅਗਲੇ ਦਿਨ ਉਹ ਮੈਨੂੰ ਉਸ ਕੋਲ ਲੈ ਗਈ ਤੇ ਮੈਂ ਪੁਲਿਸ ਅਫਸਰ ਸਾਹਮਣੇ ਬੈਠ ਕੇ ਸਾਰੀ ਗੱਲ ਦੱਸੀ। ਪੁਲਿਸ ਅਫਸਰ ਨੇ ਤੁਰੰਤ ਹੀ ਆਪਣੇ ਸਾਥੀਆਂ ਨੂੰ ਲੈ ਕੇ ਮੇਰੇ ਘਰ ਛਾਪਾ ਮਾਰਿਆ ਤੇ ਮੇਰੇ ਬਿਆਨਾਂ ਤੇ ਮੇਰੇ ਮਾਤਾ ਪਿਤਾ ਨੂੰ ਗ੍ਰਿਫਤਾਰ ਕਰ ਲਿਆ। ਉਸ ਤੋਂ ਬਾਅਦ ਪੁਲਿਸ ਅਫਸਰ ਨੇ ਵੱਡੇ ਅਫਸਰਾਂ ਨਾਲ ਗੱਲਬਾਤ ਕੀਤੀ ਤੇ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਲੈ ਕੇ ਉਸੇ ਸਕੂਲ ਤੇ ਵੀ ਛਾਪਾ ਮਾਰਿਆ ਤੇ ਸਕੂਲ ਦੇ ਸਾਰੇ ਆਰੋਪੀ ਟੀਚਰਾਂ ਨੂੰ ਜੇਲ੍ਹ ਸੁੱਟ ਦਿੱਤਾ ਤੇ ਕੁਝ ਕਾਰਵਾਈ ਤੋਂ ਬਾਅਦ ਉਸ ਸਕੂਲ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਮੇਰੇ ਮਾਤਾ ਪਿਤਾ ਨੂੰ ਮੇਰੀ ਭੈਣ ਨੂੰ ਮਾਰਨ ਤੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਕੇਸ 'ਚ 10 ਸਾਲ ਦੀ ਸਜ਼ਾ ਹੋਈ।
ਹਾਲਾਂਕਿ ਹੁਣ ਇਹ ਗੱਲ ਨੂੰ ਕਾਫੀ ਸਮਾਂ ਲੰਘ ਚੁੱਕਾ ਹੈ, ਪਰ ਜੋ ਕੁਝ ਮੇਰੇ ਨਾਲ ਵਾਪਰਿਆ ਮੈਂ ਉਸ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲ ਸਕੀ ਤੇ ਕੋਸ਼ਿਸ਼ ਕਰ ਰਹੀ ਹਾਂ ਆਪਣੀ ਜ਼ਿੰਦਗੀ 'ਚ ਅੱਗੇ ਕੁਝ ਕਰਨ ਦੀ। ਸੋ ਦੋਸਤੋ, ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ NK ਪੰਜਾਬੀ ਕਹਾਣੀਆਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਧੰਨਵਾਦ।